ਉਸ ਵੇਲੇ ਉਧਰ ਵੈਦਰ ਖਰਾਬ ਸੀਗਾ ਜੀ, ਪਲੇਨਾਂ ਨਾਲ ਸਟਾਫ ਨਹੀਂ ਸੀ ਪਹੁੰਚ ਸਕਦਾ, ਸਾਨੂੰ ਪਰਗਾਂ ਜਾਣ ਦਾ ਸੋਰਸ ਨਹੀਂ ਸੀ ਲੱਭ ਰਿਹਾ। ਫਿਰ ਅਸੀਂ ਪਹਿਲਾ 에ਅਰਕ੍ਰਾਫਟ ਪਿਟਮਿਡੋ ਤੋਂ ਉੱਥੋਂ ਤੋਰਿਆ। ਇੱਕ ਸਿੱਧੀ ਜਿਹੜੀ ਹੈਲਪਲਾਈਨ ਆ ਉਹ ਗੁਰਦੁਆਰਾ ਸੁਸਾਇਟੀਆਂ ਦੇ ਨਾਲ ਰਲ ਕੇ ਜਿਹੜੀ ਵੀ ਉਹਨਾਂ ਨੂੰ ਚੀਜ਼ ਚਾਹੀਦੀ, ਜਿੱਥੇ ਵੀ ਚੀਜ਼ ਚਾਹੀਦੀ ਆ, ਅਸੀਂ ਉਹਦੇ ਲਈ ਫੁੱਲੀ ਪ੍ਰੀਪੇਅਰਡ ਆ। We've probably done over 300 flights. Wow. We've done over 80,000 pounds of food and supplies. Right. I absolutely love the support that you guys have. ਸੋ ਮਨਪ੍ਰੀਤ ਜੀ, ਕੀ ਹੋ ਕੀ ਰਿਹਾ ਇੱਥੇ? ਤੁਸੀਂ ਜਿਹੜੀ ਸੇਵਾ ਨਿਭਾ ਰਹੇ ਹੋ, ਇਸ ਦੇ ਵਿੱਚ ਤੁਸੀਂ ਕੀ ਮੰਗ ਰਹੇ ਹੋ ਲੋਕਾਂ ਤੋਂ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਹੈਗਾ? ਹਾਂਜੀ ਵੀਰ ਜੀ, ਪਹਿਲਾਂ ਤਾਂ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਇੱਥੇ ਹੀ ਆਪਣੇ ਹੁਣ ਜਿੱਦਾਂ ਤੁਹਾਨੂੰ ਪਤਾ BC 'ਚ ਫਲੱਡ ਆਇਆ ਤੇ ਉਹਨਾਂ ਲਈ ਸਾਰੀ ਡੋਨੇਸ਼ਨ ਵਗੈਰਾ ਇਕੱਠੀ ਕਰ ਰਹੇ ਹਾਂ ਤੇ ਆਪਾਂ ਇੱਥੇ ਹੁਣ ਪਰਮਾਨੈਂਟ ਸੈਟਅਪ ਕੀਤੀ ਆ ਵੀ ਜਿੱਦਾਂ ਵੀ ਲੋਕ ਲਾਈਕ ਐਵਰੀਡੇ ਇੱਥੇ ਪੱਕਾ ਟੈਂਟ ਲੱਗਿਆ ਆ ਤੇ ਲੋਕ ਜਦੋਂ ਵੀ ਜਿਨ੍ਹਾਂ ਕੋਲ ਟਾਈਮ ਆ ਜੋ ਵੀ ਡੋਨੇਟ ਕਰਨਾ ਚਾਹੁੰਦੇ ਆ ਤੇ ਉਹ ਆਪਣੇ ਕੋਲ ਆ ਕੇ ਡੋਨੇਟ ਕਰ ਸਕਦੇ ਆ ਤੇ ਉਹਦੇ ਨਾਲ ਨਾਲ ਆਪਾਂ ਵੀ ਉਹਨੂੰ ਸਟੋਰ ਕਰ ਰਹੇ ਹਾਂ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ ਤੇ ਸਾਡੀ ਕੌਮ ਜਿਹੜੀ ਹੈਗੀ ਇਸ ਦੁੱਖ ਭਰੇ ਸਮੇਂ ਦੇ ਵਿੱਚ ਅੱਗੇ ਆ ਕੇ ਸੇਵਾ ਨਿਭਾ ਰਹੀ ਹੈ। ਅਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇਹ ਇੱਕ ਦਿਨ ਦਾ ਕੰਮ ਨਹੀਂ ਹੈਗਾ, ਕਿਉਂਕਿ ਕੱਲ੍ਹ ਤੋਂ ਮੌਸਮ ਵੀ ਖਰਾਬ ਹੋਣ ਦੀ ਫਿਰ ਤੋਂ ਅਨੁਮਾਨ ਲਾਏ ਜਾ ਰਹੇ ਨੇ ਤੇ ਜਿੱਥੇ ਜਿੱਥੇ ਲੋੜ ਹੋਏਗੀ ਫੂਡ ਬੈਂਕਸ ਦੇ ਨਾਲ ਰਲ ਕੇ ਇਹ ਸਮਾਨ ਨੂੰ ਸੌਰਟ ਆਊਟ ਕਰ ਰਹੇ ਨੇ। ਅਸੀਂ ਇਹ ਦੇਖ ਰਹੇ ਹਾਂ ਕੰਟੇਨਰਸ ਜਿਹੜੇ ਇੱਥੇ ਪਏ ਹੋਏ ਨੇ, ਉਹਨਾਂ ਦੇ ਵਿੱਚ ਸਮਾਨ ਨੂੰ ਰੱਖਿਆ ਜਾਏਗਾ ਤੇ ਉਸ ਤੋਂ ਬਾਅਦ ਜਿੱਥੋਂ ਜਿਸ ਚੀਜ਼ ਦੀ ਆਵਾਜ਼ ਆਏਗੀ ਕਿ ਉੱਥੇ ਉਹ ਚਾਹੀਦਾ ਹੈ ਉੱਥੇ ਪਹੁੰਚਾਇਆ ਜਾਏਗਾ। ਗਗਨ ਸਿੰਘ ਜੀ, ਲੱਗਦਾ ਹੈ ਕਿ ਇਹ ਲੰਮਾ ਸਮਾਂ ਕੰਮ ਚੱਲੇਗਾ, ਕਿਉਂਕਿ ਕੱਲ੍ਹ ਤੋਂ ਫਿਰ ਮੁੜ ਤੋਂ ਕਿਹਾ ਜਾ ਰਿਹਾ ਕਿ ਉਹ ਐਟਮੋਸਫੇਰਿਕ ਰਿਵਰ ਜਿਹੜਾ ਹੈ ਦੁਬਾਰਾ ਆ ਕੇ ਉਹੀ ਕਰੋਪੀ ਪਾਏਗਾ ਜਿਹੜਾ ਪਹਿਲਾਂ ਪਈ ਹੈ। ਸੋ ਬਹੁਤ ਅਸੀਂ ਵਲੰਟੀਅਰਸ ਨਾਲ ਗੱਲ ਕੀਤੀ, ਬਹੁਤ ਉਤਸ਼ਾਹ ਹੈ, ਬੜਾ ਤਨ ਮਨ ਧਨ ਨਾਲ ਸੇਵਾ ਕਰ ਰਹੇ ਨੇ। ਪਰ ਲੌਂਗ ਟਰਮ ਲਈ ਕੀ ਤੁਸੀਂ ਕੁਝ ਸੋਚ ਰਹੇ ਹੋ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਨਾਲ ਨਜਿੱਠੋਗੇ? ਦੇਖੋ, ਪਹਿਲੀ ਚੀਜ਼ ਤਾਂ ਸਾਡੀ ਆਪਣੀ ਵਿਲਿੰਗਨੈਸ ਵੀ ਕੀ ਅਸੀਂ ਇੰਨੀ ਲੰਬੀ ਦੌੜ ਦੇ ਲਈ ਪ੍ਰੀਪੇਅਰਡ ਹੈਗੇ ਆ। ਉਹ ਮੈਂ ਕਹੂੰਗਾ ਵੀ ਗੁਰੂ ਪਾਤਸ਼ਾਹ ਦੀ ਕਿਰਪਾ ਆ ਵੀ ਟਰੱਕਿੰਗ ਦੇ ਵਿੱਚ ਸਾਨੂੰ 8ਵਾਂ ਸਾਲ ਆ ਜੀ। ਸੋ 8 ਸਾਲਾਂ ਦੇ ਵਿੱਚ ਤੁਸੀਂ ਇਹ ਨਾਲ ਦੀ ਨਾਲ ਤੁਸੀਂ ਦੇਖਦੇ ਰਹਿੰਦੇ, ਕਿਉਂਕਿ ਮੀਡੀਆ ਵੱਲੋਂ ਆਪਾਂ ਹਰ ਵਾਰੀ ਉਸ ਟੌਪਿਕ ਬਾਰੇ ਗੱਲ ਕਰਦੇ ਹਾਂ ਜੀ। ਸੋ ਜੇ 8 ਸਾਲ ਅਸੀਂ ਉੱਧਰ ਲਾ ਸਕਦੇ ਹਾਂ, ਆ ਤਾਂ ਕੋਈ ਬਹੁਤਾ ਲੰਬਾ ਨੇਗਾ। ਪਰ ਹਾਂ, ਜਿਹੜਾ ਅਗਲੀ ਜਿਹੜੀ ਗੱਲ ਆ ਉਹ ਜਿਹੜੀ ਗਵਰਨਮੈਂਟ ਨੂੰ ਆਈ ਥਿੰਕ ਇੱਕ ਸਿੱਧੀ ਜਿਹੜੀ ਹੈਲਪਲਾਈਨ ਆ ਉਹ ਗੁਰਦੁਆਰਾ ਸੁਸਾਇਟੀਆਂ ਦੇ ਨਾਲ ਰਲ ਕੇ ਜਿਹੜੀ ਵੀ ਉਹਨਾਂ ਨੂੰ ਚੀਜ਼ ਚਾਹੀਦੀ, ਜਿੱਥੇ ਵੀ ਚੀਜ਼ ਚਾਹੀਦੀ ਆ, ਅਸੀਂ ਉਹਦੇ ਲਈ ਫੁੱਲੀ ਪ੍ਰੀਪੇਅਰਡ ਆ। ਈਵਨ ਸਿਟੀ ਆਫ ਸਰੀ ਦੇ ਨਾਲ ਸਾਡੀ ਗੱਲਬਾਤ ਚੱਲ ਰਹੀ ਆ। ਸਾਨੂੰ ਸਟੋਰੇਜ ਦੀ ਕਾਫੀ ਪ੍ਰੋਬਲਮ ਆਉਂਦੀ ਸੀ ਜੀ। ਸ਼ਾਇਦ ਜੇ ਸਾਡਾ ਔਨ ਟਾਈਮ ਪਲਾਨ ਹੋ ਗਿਆ, ਸਿਟੀ ਨੇ ਅਪਰੂਵ ਕਰਤਾ, ਤੇ ਅਸੀਂ ਸਪੈਸ਼ਲੀ ਇਸੇ ਕਾਜ਼ ਦੇ ਲਈ ਅਸੀਂ ਬਿਲਡਿੰਗ ਬਣਾ ਦੇਣੀ ਇੱਕ ਇੱਥੇ ਵੀ ਜਿਹਦੇ ਵਿੱਚ ਜਿਹੜਾ ਨਾਨ ਪੈਰਿਸ਼ੇਬਲ ਫੂਡ ਆ ਉਹ ਅਸੀਂ ਸਟੋਰ ਕਰ ਸਕੀਏ। ਵੋਲੰਟੀਅਰਸ ਨੇ ਇੰਨੀ ਕੁ ਜ਼ਿਆਦਾ ਮਦਦ ਕੀਤੀ, ਜਿੱਦਣ ਦੂਜੇ ਦਿਨ ਸਮਾਨ ਵਾਕਈ ਪਹੁੰਚਾ, ਫਿਰ ਪਹਿਲੇ ਦਿਨ ਤਾਂ ਨਹੀਂ ਪਹੁੰਚ ਸਕਿਆ। ਪਰ ਇੱਕ ਚੀਜ਼ ਜ਼ਰੂਰ ਇਹ ਹੋ ਗਈ ਵੀ ਗਵਰਨਮੈਂਟ ਨੂੰ ਇਹ ਚੀਜ਼ ਪਤਾ ਲੱਗੇ, ਤੁਹਾਡੇ ਤੱਕ ਵੀ ਸ਼ਾਇਦ ਤੁਸੀਂ ਜਿੱਦਣ ਸਟਕ ਸੀਗੇ, ਜਿਹੜੇ ਗਵਰਨਮੈਂਟ ਦੇ ਚੌਪਰ ਜਿਹੜੇ ਉਹਨਾਂ ਨੇ ਆਪਣਾ ਫੂਡ ਪਹੁੰਚਾਇਆ, ਉਹਨਾਂ ਨੇ ਘੱਟੋ ਘੱਟ ਅਸੀਂ ਇਸ ਗੱਲੋਂ ਧੰਨਵਾਦ ਕਰਦੇ ਹਾਂ। ਜੇ ਚਲੋ ਸਾਨੂੰ ਉਹਨਾਂ ਨੇ ਚੌਪਰ ਨਹੀਂ ਪ੍ਰੋਵਾਈਡ ਕੀਤਾ, ਪਰ ਜਿਹੜਾ ਸਾਡਾ ਮਕਸਦ ਸੀਗਾ ਫੂਡ ਪ੍ਰੋਵਾਈਡ ਕਰਨਾ, ਉੱਥੇ ਫੂਡ ਪਹੁੰਚਦਾ ਹੋ ਗਿਆ। ਚਲਦੇ ਹਾਂ ਜੀ ਅਸੀਂ ਲੈਂਗਲੀ ਏਅਰਪੋਰਟ ਤੇ ਉੱਥੇ ਦੇਖਦੇ ਹਾਂ ਕਿਵੇਂ ਤੁਸੀਂ ਇਹ ਸਾਰਾ ਕੋਆਰਡੀਨੇਟ ਕਰ ਰਹੇ ਹੋ ਤੇ ਕੀ ਕੁਝ ਹੋ ਰਿਹਾ ਹੈ। ਬੇਸਿਕਲੀ ਤੁਸੀਂ ਇਹ ਚਾਹੁੰਦੇ ਹੋ ਕਿ ਫੂਡ ਵੇਸਟ ਨਾ ਹੋਏ, ਇਸੇ ਕਰਕੇ ਕੋਆਰਡੀਨੇਟ ਕਰ ਰਹੇ ਹੋ ਕਿ ਜਿੱਥੇ ਜਿੱਥੇ ਜੋ ਲੋਕਾਂ ਨੂੰ ਚਾਹੀਦਾ ਹੈ ਉਹ ਤੁਸੀਂ ਹੁਣ ਪਲਾਨ ਕਰਕੇ ਉਹਨਾਂ ਤੱਕ ਪਹੁੰਚਾਓਗੇ ਤਾਂ ਕਿ ਫੂਡ ਵੀ ਨਾ ਵੇਸਟ ਹੋਏ ਤੇ ਜਿਹੜੀਆਂ ਉਹਨਾਂ ਨੂੰ ਰਿਕੁਆਇਰਮੈਂਟਸ ਨੇ ਉਹ ਵੀ ਪੂਰੀਆਂ ਹੋ ਸਕਣ। ਦੇਖੋ ਹਰਪ੍ਰੀਤ ਜੀ, ਮੈਂ ਇੱਕ ਚੀਜ਼ ਦੱਸਣਾ ਚਾਹਾਂਗਾ ਕਿ ਜਿਹੜਾ ਐਟਮੋਸਫੇਰਿਕ ਰਿਵਰ ਹੈਗਾ ਇਹ ਕੰਟੀਨਿਊਸ ਹੋ ਸਕਦਾ ਥਰੂ ਆਊਟ ਵਿੰਟਰ ਰਹੇ ਜੀ। ਹੁਣ ਵੀ ਤੁਸੀਂ ਦੇਖ ਰਹੇ ਹੋ ਕਿ ਵੀਕਐਂਡ ਤੇ ਫਿਰ 2 ਐਟਮੋਸਫੇਰਿਕ ਰਿਵਰ ਹਿੱਟ ਕਰ ਰਹੇ ਨੇ BC ਨੂੰ। ਉਹ ਕਿੰਨਾ ਨੁਕਸਾਨ ਕਰਦੇ ਨੇ ਉਹਦੀ ਅਸੈਸਮੈਂਟ ਨਾ ਗਵਰਨਮੈਂਟ ਕੋਲ ਹੈ ਤਾਂ ਨਾ ਕਿਸੇ ਕੋਲ ਹੈਗੀ ਹੈ। ਉਹ ਨੁਕਸਾਨ ਨਹੀਂ ਵੀ ਕਰ ਸਕਦੇ, ਜਿਹੜੀ ਅਸੀਂ ਅਰਦਾਸ ਕਰਦੇ ਹਾਂ ਵੀ ਨਾ ਕੋਈ ਨੁਕਸਾਨ ਹੋਵੇ। ਪਰ ਜੇ ਨੁਕਸਾਨ ਹੋ ਜਾਂਦਾ ਤਾਂ ਉਹਨਾਂ ਕਮਿਊਨਿਟੀ ਤੱਕ ਰੀਚ ਆਊਟ ਸਾਨੂੰ ਮਹੀਨਿਆਂ ਬੱਧੀ ਕਰਨੀ ਪੈਣੀ ਹੈ ਜੀ। ਔਰ ਉਹਦੇ ਲਈ ਅਸੀਂ ਇੱਕ ਆਰਗੇਨਾਈਜ਼ ਤਰੀਕੇ ਨਾਲ ਚੱਲਣਾ ਚਾਹੁੰਦੇ ਹਾਂ ਕਿ ਸਾਰਾ ਕੁਝ ਆਰਗੇਨਾਈਜ਼ ਕਰ ਦਈਏ ਤਾਂ ਜੋ ਮੈਸ ਅਪ ਨਾ ਹੋਵੇ। ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਲੈਂਗਲੀ ਏਅਰਪੋਰਟ ਤੇ ਲੈਂਗਲੀ ਏਅਰਪੋਰਟ ਇੱਕ ਹੱਬ ਬਣ ਚੁੱਕਿਆ ਹੈ ਜਿੱਥੋਂ ਕਿ ਸਾਰਾ ਸਮਾਨ ਜਿਹੜਾ ਹੈਗਾ ਉਹ ਜਿੱਥੇ ਜਿੱਥੇ ਜ਼ਰੂਰਤ ਹੈਗੀ ਉੱਥੇ ਭੇਜਿਆ ਜਾ ਰਿਹਾ ਹੈ।
ਸੋ ਹੁਣ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਇਹ ਆਪਰੇਸ਼ਨਸ ਇੱਥੇ ਚੱਲ ਰਹੇ ਹੈਗੇ ਨੇ ਤੇ ਕਿਸ ਤਰ੍ਹਾਂ ਸਮਾਨ ਨੂੰ ਸੌਰਟ ਆਊਟ ਕੀਤਾ ਜਾ ਰਿਹਾ ਹੈ। ਵੋਲੰਟੀਅਰਸ ਨੇ, ਪਾਇਲਟਸ ਨੇ ਜਿਹੜਾ ਆਪਣਾ ਟਾਈਮ ਦੇ ਰਹੇ ਨੇ ਤੇ ਜਿੱਥੋਂ ਵੀ ਰਿਪੋਰਟ ਆਉਂਦੀ ਹੈ ਉੱਥੇ ਕਿਸੇ ਚੀਜ਼ ਦੀ ਲੋੜ ਹੈ ਉੱਥੇ ਇਹ ਸਮਾਨ ਲੈ ਕੇ ਚੱਲਦੇ ਨੇ। ਸੋ ਆਓ ਚੱਲਦੇ ਹਾਂ ਤੇ ਦੇਖਦੇ ਹਾਂ ਕਿਸ ਤਰ੍ਹਾਂ ਇਹ ਆਪਰੇਸ਼ਨ ਚੱਲ ਰਿਹਾ ਹੈ। ਸੋ ਇਹ ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਸਮਾਨ ਕਈ ਥਾਵਾਂ ਦੇ ਉੱਤੋਂ ਜਿਹੜੇ ਰਿਮੋਟ ਇਲਾਕੇ ਹੈਗੇ ਨੇ ਉੱਥੋਂ ਵੀ ਲੋਕ ਭੇਜ ਰਹੇ ਨੇ। ਤੇ ਪ੍ਰਿਤਪਾਲ ਜੀ, ਇਹ ਸਮਾਨ ਜਿਹੜਾ ਆਇਆ ਹੈਗਾ ਇਹ ਕਿੱਥੋਂ ਆਇਆ ਜੀ? ਸਮਾਨ ਜਿਹੜਾ ਹੈ ਦੇਖੋ ਜੀ, ਜਿਹੜੇ ਰਿਮੋਟ ਏਰੀਆ ਦੇ ਵਿੱਚ ਜਿਨ੍ਹਾਂ ਕੋਲ ਆਪਣੇ ਜਹਾਜ਼ ਹੈਗੇ ਨੇ Okay. ਜਾਂ ਬੜੀਆਂ ਫਾਰਮ ਫੈਮਿਲੀ ਜਾਂ ਕਲੱਬ ਦੇ ਨਾਲ ਜਿਹੜੇ ਜੁੜੇ ਲੋਕ ਨੇ ਜੀ, ਉਹ ਆਪਣਾ ਜਹਾਜ਼ ਲਿਆ ਕੇ ਸਮਾਨ ਡੋਨੇਟ ਕਰਦੇ ਨੇ Wonderful. ਔਰ ਉਸ ਤੋਂ ਬਾਅਦ ਇਹ ਆਫਰ ਕਰਦੇ ਨੇ ਸਮਾਨ ਰਿਮੋਟ ਏਰੀਆ ਤੱਕ ਲਿਜਾਣ ਦਾ ਵੀ। ਠੀਕ ਹੈ। ਸੋ ਜਿੰਨੀ ਇਹ ਵੀ ਹੈਸੀਅਤ ਹੈਗੀ ਜੋ ਹਰ ਇੱਕ ਕੋਈ ਕਰ ਰਿਹਾ ਜੀ, ਬਹੁਤ ਖੂਬ। ਸੋ ਇਹ ਸਮਾਨ ਆਈ ਜਾ ਰਿਹਾ ਜੀ ਤੇ ਇਸੇ ਤਰੀਕੇ ਨਾਲ ਇਹ ਸਾਰੇ ਜਿਹੜਾ ਸਮਾਨ ਲੈ ਕੇ ਜਾ ਰਹੇ ਹੈਗੇ ਨੇ ਅਤੇ ਮਕਸਦ ਹੈਗਾ ਕਿ ਸਾਰੀ ਕਮਿਊਨਿਟੀਜ਼ ਇਕੱਠੀਆਂ ਹੋ ਕੇ ਇਹ ਜੋ ਇਸ ਦੁੱਖ ਭਰੇ ਸਮੇਂ ਵਿੱਚ ਇਕੱਠੀਆਂ ਹੋਈਆਂ ਨੇ ਇਹ ਬਹੁਤ ਹੀ ਕਾਬਿਲੇ ਤਾਰੀਫ ਹੈ। ਹੁਣ ਇਹ ਸਮਾਨ ਜਿੱਥੇ ਤੁਸੀਂ ਇਕੱਠਾ ਕੀਤਾ ਇਹ ਕਿੱਥੇ ਜਾ ਰਿਹਾ ਹੈ? ਇਹ ਅਸੀਂ ਜੀ ਹੁਣ ਆਰਗੇਨਾਈਜ਼ ਕਰ ਲਿੱਤਾ ਹੈਗਾ। ਜਿਹੜਾ ਵੀ ਕੋਈ ਹੁਣ ਨੈਕਸਟ ਡਿਸਪੈਚਿੰਗ ਹੋਣੀ ਹੈ, ਜਿਹੜੀ ਫਲਾਈਟਸ ਹੁਣ ਇੱਥੋਂ ਜਾਣਗੀਆਂ, ਉਹ ਅਸੀਂ ਇਸ ਪਿਲਰ ਦੇ ਉੱਪਰ ਇਕੱਠਾ ਕਰ ਲੈਂਦੇ ਹਾਂ। ਜੋ ਵੀ ਫੂਡ ਬੈਂਕ ਦੀ ਰਿਕੁਆਇਰਮੈਂਟ ਹੈ ਉਹਨੂੰ ਛਾਂਟ ਕੇ ਜੋ ਚੀਜ਼ ਨਹੀਂ ਹੈਗੀ ਉਹ ਫਟਾਫਟ ਅਸੀਂ ਡੋਨਰ ਤੋਂ ਮੰਗਾ ਲੈਂਦੇ ਹੈਗੇ ਹਾਂ। ਤਾਂ ਅਸੀਂ ਇਹ ਪੂਰੀ ਸਪਲਾਈ ਤਿਆਰ ਰੱਖੀ ਹੋਈ ਹੈ। ਜਿਵੇਂ ਜਹਾਜ਼ ਆਉਣਗੇ ਵਿਦਆਊਟ ਵੇਸਟਿੰਗ ਟਾਈਮ, ਕਿਉਂਕਿ ਅੱਜ ਸਾਡੇ ਕੋਲ 3-4 ਘੰਟੇ ਦੀ ਵਿੰਡੋ ਹੈ, ਉਸ ਤੋਂ ਬਾਅਦ ਵੈਦਰ ਫਿਰ ਖਰਾਬ ਹੋ ਜਾਣਾ ਹੈ। ਅਸੀਂ ਉਹਦਾ ਮੈਕਸਿਮਮ ਟਾਈਮ ਨੂੰ ਸੇਵ ਕਰਦੇ ਹੋਏ ਮੈਕਸਿਮਮ ਫਲਾਈਟ ਉਡਾਉਣਾ ਚਾਹ ਰਹੇ ਹਾਂ। ਸੋ ਇੱਥੇ ਸਮਾਨ ਇਹ ਹੋ ਗਿਆ, ਉਸ ਤੋਂ ਇਹ ਬਾਅਦ ਤਿਆਰ ਪਿਆ ਜੀ ਜਾਣ ਵਾਸਤੇ ਜੀ। ਇਹ ਸਮਾਨ ਜਿਹੜਾ ਅਸੀਂ ਹੁਣ ਆਰਗੇਨਾਈਜ਼ ਕਰਤਾ ਅੱਛਾ, ਕਿਉਂਕਿ ਅਸੀਂ 2 ਦਿਨ ਸਪਲਾਈ ਬੰਦ ਰੱਖੀ। ਇੱਧਰ ਪਾਣੀ ਵਗੈਰਾ ਹਾਂਜੀ, ਇਹ ਪਾਣੀ ਅਸੀਂ ਹੋ ਸਕਦਾ ਬਾਈ ਟਰੱਕ ਭੇਜੀਏ ਕਿਤੇ ਜੀ, ਕਿਉਂਕਿ ਇਹ ਸਾਰਾ ਹੈਗਾ ਜਿਹੜਾ ਇਹ ਸਾਰਾ ਅਸੀਂ। ਹਾਂਜੀ, ਸਾਡੇ ਕੋਲ ਸਟੋਰੇਜ ਨਹੀਂ ਹੈਗੀ ਕਿਉਂਕਿ ਲੌਜਿਸਟਿਕ ਕੰਪਨੀ ਹੈ ਨਹੀਂ ਗੀ। ਇਹ ਇਹਨਾਂ ਨੂੰ ਰਿਕੁਐਸਟ ਕੀਤਾ ਜਿੱਥੇ ਇਹਨਾਂ ਦੇ ਬੜੇ ਐਕਸਪੈਂਸਿਵ ਕਾਰਾਂ, ਐਰੋਪਲੇਨ, ਬਾਈਕ, ਕਿਉਂਕਿ ਸ਼ੌਂਕੀਆ ਚਲਾਉਂਦੇ ਸਾਰਾ ਕੁਝ ਜੀ। ਤੇ ਤੁਸੀਂ ਦੇਖੋ ਕਿ ਜਿੱਥੇ ਅਸੀਂ ਜਿਵੇਂ ਵੀ ਕਿਸੇ ਨੇ ਕੋਈ ਸਾਨੂੰ ਇਜਾਜ਼ਤ ਦਿੱਤੀ, ਅਸੀਂ ਸਮਾਨ ਸਾਰਾ ਇੱਥੇ ਸਟੋਰ ਰੱਖਿਆ ਹੈ ਕਿਉਂਕਿ ਬਹੁਤ ਸਪਲਾਈ ਹੈ, ਹਰ ਤਰ੍ਹਾਂ ਦੀ ਸਪਲਾਈ ਪਈ ਹੈ। ਤੇ ਅਸੀਂ ਉਹਨਾਂ ਨੂੰ ਸ਼ਾਰਟ ਲਿਸਟਡ ਕਰ ਲਿੱਤਾ ਹੈਗਾ। ਸੋ ਮਤਲਬ ਜਿਸ ਤਰ੍ਹਾਂ ਹੁਣ ਕੋਈ ਥਾਂ ਤੇ ਜਾਣਾ ਹੈ ਇਹ ਸਾਰਾ ਉੱਥੋਂ ਦਾ ਬਣ ਨਹੀਂ ਜੀ, ਨਹੀਂ, ਇੱਕ ਵਾਰ ਅਸੀਂ ਪਲੇਟ ਬਣਾਤੇ ਨੇ। Okay. ਤੇ ਇਹ ਸਾਡਾ ਮਤਲਬ ਕਿ ਜਿਹੜਾ ਐਕਸੈਸਿਵ ਸਮਾਨ ਹੈ ਉਹ ਅਸੀਂ ਇੱਥੇ ਇੱਕ ਵਾਰ ਸਟੋਰ ਕਰਤਾ ਤਾਂ ਜੋ ਪਾਣੀ ਦੇ ਨਾਲ ਖਰਾਬ ਨਾ ਹੋਵੇ, ਮੀਂਹ ਨਾਲ ਖਰਾਬ ਨਾ ਹੋਵੇ ਜੀ। ਠੀਕ ਹੈ। ਤੇ ਆ ਤੁਸੀਂ ਦੇਖੋ ਕਿ ਕਿਵੇਂ ਇਹਨਾਂ ਦੇ ਅਸੀਂ ਮਤਲਬ ਕਿ ਕਿਵੇਂ ਅਸੀਂ ਸਪੇਸ ਦੇ ਵਿੱਚ ਕਰ ਰਹੇ ਹਾਂ। ਤੇ ਤੁਸੀਂ ਸਮਝ ਸਕਦੇ ਹੋ ਸਾਡੇ ਕੋਲ ਸਪੇਸ ਦੀ ਕਿੰਨੀ ਕਮੀ ਹੈਗੀ ਆ। ਤੇ ਉਸ ਤੋਂ ਬਾਅਦ ਕੁਝ ਸਮਾਨ ਸਾਡਾ ਬਾਹਰ ਪਿਆ ਕਿਉਂਕਿ ਮੈਂ ਬੇਨਤੀ ਕੀਤੀ ਸੀਗੀ। ਅੱਛਾ, ਇੱਥੇ ਵੀ ਸੌਰਟ ਆਊਟ। ਹਾਂ, ਪੌਰਸ ਉੱਥੇ ਜਿਹੜਾ ਸਾਡਾ ਸਮਾਨ ਡਿਸਪੈਚ ਹੋਣਾ ਹੈ ਅੱਛਾ, ਉਹ ਸਾਰਾ ਅਸੀਂ ਇੱਥੇ ਇੱਕ ਜਗ੍ਹਾ ਬਣਾਤੀ। ਇੱਥੋਂ ਸਮਾਨ ਸਾਰਾ ਲੱਭ ਕੇ ਜੋ ਰਿਕੁਆਇਰਮੈਂਟ ਲਿਸਟ ਪਹਿਲਾਂ ਮੇਰੇ ਕੋਲ ਆ ਜਾਂਦੀ ਇੱਕ ਦਿਨ ਪਹਿਲਾਂ, ਮੈਂ ਉਹ ਸਮਾਨ ਸਾਰਾ ਪੂਰਾ ਕਰ ਦਿੰਦਾ। ਉਸ ਤੋਂ ਬਾਅਦ ਆ ਸਾਰੀ ਲਿਸਟ ਬਣੀ ਹੋਈ ਹੈ ਜੀ। ਆ ਜਿੱਥੇ ਡਿਸਪੈਚ ਹੋਣਾ ਹੈ ਤੇ ਕੋਈ ਕਿਸੇ ਨੂੰ ਰੈਸਕਿਊ ਕਰਨਾ ਹੈ, ਉਹ ਸਾਰਾ ਸਿਸਟਮ ਸੈਟਅਪ ਹੈ ਜੀ। ਔਰ ਇਹ ਸਾਰੇ ਸਾਡੇ ਵੋਲੰਟੀਅਰ ਨੇ ਜੀ ਜਿਹੜੇ ਦਿਨ ਰਾਤ ਲੱਗੇ ਰਹਿੰਦੇ ਆ। ਅਸੀਂ ਇੱਕ ਕੋਆਰਡੀਨੇਸ਼ਨ ਇੱਕ ਵੱਡੇ ਆਪਰੇਸ਼ਨ ਦੀ ਤਰ੍ਹਾਂ ਕਰ ਰਹੇ ਹਾਂ ਔਰ ਬੜੇ ਪਲਾਨ ਤਰੀਕੇ ਨਾਲ, ਕਿਉਂਕਿ ਇਸੇ ਲਈ ਮੈਂ ਸਾਰੀ ਸਿੱਖ ਸੰਗਤ ਨੂੰ, ਡੋਨਰਾਂ ਨੂੰ ਬੇਨਤੀ ਕੀਤੀ ਸੀ ਕਿ ਜਿੰਨੀ ਵੀ ਸਪਲਾਈ ਆਪਣੇ ਕੋਲ ਹੋਲਡ ਕਰ ਲਓ, ਉਹਨੂੰ ਸਟੋਰ ਕਰ ਲਓ ਔਰ ਉਹਨੂੰ ਅਸੀਂ ਜਿਵੇਂ ਰਿਕੁਐਸਟ ਆਏਗੀ ਫੂਡ ਬੈਂਕਾਂ ਦੀ ਉੱਦਾਂ ਸਪਲਾਈ ਕਰ। ਦੇਖੋ ਪ੍ਰਿੰਸਟਨ ਕੀ ਜਾਣਾ ਹੈਗਾ, ਲਿਲੋਵਿਟ ਕੀ ਜਾਣਾ ਹੈ ਜੀ। ਆ ਸਾਡੇ ਕੋਲ ਲਿਸਟਾਂ ਹੁੰਦੀਆਂ ਨੇ ਕੌਣ ਕੋਆਰਡੀਨੇਟ ਕਰ ਰਿਹਾ ਹੈ। ਤੇ ਉਸ ਤੋਂ ਬਾਅਦ ਸਾਡੇ ਕੋਲ ਜਿਵੇਂ ਅਸਕੌਟ ਦਾ ਫੂਡ ਬੈਂਕ ਜਿਹੜਾ ਹੈਗਾ ਪ੍ਰਿੰਸਟਨ ਦਾ ਹੈ ਜੀ। ਤੇ ਇਸ ਉੱਥੇ ਵੀ ਕਈ ਆਰਗੇਨਾਈਜੇਸ਼ਨ ਕੰਮ ਕਰ ਰਹੀਆਂ ਨੇ। ਸਾਰੀ ਆਰਗੇਨਾਈਜੇਸ਼ਨ ਨਾਲ ਅਸੀਂ ਕੰਮ ਕਰ, ਜਿਵੇਂ ਬੋਸਟਨ ਬਾਰ 'ਚ ਕੀ ਜਾਣਾ ਹੈ, ਲੇਟਨ 'ਚ ਕੀ ਜਾਣਾ ਹੈ, ਕੋਲਡ ਵਾਟਰ 'ਚ ਕੀ ਜਾਣਾ ਹੈ, ਇਹ ਸਾਰਾ ਅਸੀਂ ਆਰਗੇਨਾਈਜ਼ ਕਰਕੇ ਉਸ ਤੋਂ ਬਾਅਦ ਜੋ ਇਹਨਾਂ ਦੇ ਪੈਲੇਟਸ ਬਣਦੇ ਰਹਿੰਦੇ ਆ, ਜੋ ਸਮਾਨ ਹੈਗਾ ਉਹ ਸਾਰਾ ਅਸੀਂ ਲਿਸਟ ਬਣਾਈ ਜਾਂਦੇ ਹੈਗੇ। ਓਕੇ, ਸੋ ਭਾਈ ਸਾਹਿਬ ਇਹ ਸਮਾਂ ਜਿਹੜਾ ਆਇਆ ਹੈ ਇਸ ਦੇ ਵਿੱਚ ਇੱਕ ਵਾਰ ਫਿਰ ਸਿੱਖ ਭਾਈਚਾਰੇ ਨੇ ਵਿਖਾ ਦਿੱਤਾ ਕਿ ਜਦੋਂ ਵੀ ਕੋਈ ਇਹੋ ਜਿਹੀ ਆਫਤ ਆਉਂਦੀ ਹੈ, ਗੁਰੂ ਦੀ ਬਖਸ਼ਿਸ਼ ਹੈਗੀ ਕਮਿਊਨਿਟੀ ਦੇ ਉੱਤੇ ਤੇ ਹਮੇਸ਼ਾ ਹੀ ਉਹ ਵੱਧ ਚੜ੍ਹ ਕੇ ਅੱਗੇ ਆਉਂਦੇ ਨੇ। ਉਸ ਵਿੱਚ ਤੁਸੀਂ ਵੀ ਇੱਕ ਬਹੁਤ ਵੱਡਾ ਯੋਗਦਾਨ ਪਾਇਆ ਕਿ ਇਹ ਜੋ ਕੁਝ ਅਸੀਂ ਦੇਖ ਰਹੇ ਹਾਂ, ਜਿਹੜਾ ਇਹ ਸਾਰਾ ਪੈਰਾਫਰਨੀਲਾ ਸੈਟਅਪ ਹੋਇਆ
ਸਮਾਨ ਆ ਰਿਹਾ ਲੇਕਿਨ ਉਹ ਕਿਸ ਤਰ੍ਹਾਂ ਪਹੁੰਚਣਾ ਸੀ ਉਹਨਾਂ ਥਾਵਾਂ ਤੇ ਜਿੱਥੇ ਕਿ ਰਸਤੇ ਬੰਦ ਹੋ ਚੁੱਕੇ ਸੀ, ਜਹਾਜ਼ਾਂ ਦੇ ਰਾਹੀਂ, ਹੈਲੀਕਾਪਟਰਸ ਦੇ ਰਾਹੀਂ ਸਾਰਾ ਹੋਇਆ। ਥੋੜ੍ਹਾ ਜਿਹਾ ਇਸ ਬਾਰੇ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਸ਼ੁਰੂਆਤ ਹੋਈ ਸੀ। ਹਾਂਜੀ ਵੀਰ ਜੀ, ਉਹ ਇਸ ਦਾ ਜਿਵੇਂ ਸ਼ੁਰੂਆਤ ਹੋਈ, ਆਪਾਂ ਨੂੰ ਪਤਾ ਤਾਂ ਸਾਰਿਆਂ ਨੂੰ, ਕਮਿਊਨਿਟੀ ਨੂੰ ਆਮ ਲੱਗ ਚੁੱਕਾ ਸੀ ਵੀ ਕਿਵੇਂ ਜਿਵੇਂ ਨੇਚਰ ਨੇ ਉਧਰ ਹਾਲਾਤ ਕੀਤੇ, ਫਲੱਡ ਆਏ ਅਤੇ ਮੀਂਹ ਦੇ ਰੀਜ਼ਨ ਕਰਕੇ। ਅਤੇ ਮੈਨੂੰ ਇੱਥੋਂ ਕਮਿਊਨਿਟੀ 'ਚੋਂ ਮੇਰੇ ਪਿਆਰੇ ਸੱਜਣ ਨੇ ਕਰਨੈਲ ਸਿੰਘ ਰਾਏ, ਉਹਨਾਂ ਦਾ ਫੋਨ ਆਇਆ, ਅਰਸ਼ਦੀਪ ਸਿੰਘ ਹੁਰੀਆਂ ਆਪਣੇ ਕਾਲ ਫੈਡਰੇਸ਼ਨ ਫਾਊਂਡੇਸ਼ਨ ਤੋਂ ਉਹਨਾਂ ਦਾ ਫੋਨ ਆਇਆ ਅਤੇ ਉਹ ਕਹਿੰਦੇ ਵੀ ਤੁਹਾਡੇ ਉੱਧਰ ਲਿੰਕ ਆ। ਉਹਨਾਂ ਨੂੰ ਪਤਾ ਸੀ ਕਿਉਂਕਿ ਗੱਲਬਾਤ ਹੁੰਦੀ ਰਹਿੰਦੀ ਸੀ, ਅਤੇ ਉਹ ਕਹਿੰਦੇ ਵੀ ਲਿੰਕ ਆ ਤੁਹਾਡੇ ਉੱਥੇ ਏਅਰਪੋਰਟ 'ਤੇ ਵੀ ਤੁਸੀਂ ਹਜੇ ਆਪਾਂ ਹੋ ਸਕੇ। ਮੈਂ ਕਿਹਾ ਵੀ ਜੇ ਐਵੇਂ ਹੋ ਸਕੇ ਤਾਂ ਬਹੁਤ ਚੰਗਾ, ਕਿਉਂਕਿ ਉੱਥੇ ਇਸ ਵੇਲੇ ਜ਼ਰੂਰਤ ਆ। ਸੋ ਉਹ ਇਸ ਤਰੀਕੇ ਨਾਲ ਸ਼ੁਰੂਆਤ ਹੋਈ, ਕਿਉਂਕਿ ਪਹਿਲਾਂ ਮੇਰੇ ਕੋਲ ਵੀ ਕੋਈ ਪਲਾਨ ਨਹੀਂ ਸੀਗਾ ਜੀ। ਉਹ ਇਸ ਤਰ੍ਹਾਂ ਸ਼ੁਰੂ ਕਰਦਿਆਂ ਫਿਰ ਮੈਂ ਇੱਥੇ, ਮੇਰਾ ਫਰੈਂਡ ਆ ਸ਼ੌਨ, ਅੱਛਾ ਜੀ, ਉਹ ਆ ਵੈਸਟ ਕੋਸਟ ਪਾਇਲਟ ਫਲਾਈਂਗ ਕਲੱਬ ਰਾਈਟ। ਉਹ ਮੈਨੂੰ ਮੈਂ ਉਹਨੂੰ ਕਿਹਾ ਉਦੋਂ ਹੀ ਫੋਨ 'ਤੇ, ਮੈਂ ਵੀ ਸ਼ੌਨ ਇੱਦਾਂ, ਉਹ ਕਹਿੰਦਾ ਮੈਨੂੰ ਥੋੜ੍ਹਾ ਜਿਹਾ ਟਾਈਮ ਦੇ। ਉਹ ਜਦੋਂ ਇੱਦਾਂ ਸ਼ੁਰੂਆਤ ਹੁੰਦੀ ਗਈ, ਅਸੀਂ ਫਿਰ ਹੋਰ ਸੋਰਸ ਵੀ ਲੱਭੇ, ਕਿਉਂਕਿ ਉਹ ਉਸ ਵੇਲੇ ਉੱਧਰ ਵੈਦਰ ਖਰਾਬ ਸੀਗਾ ਜੀ, ਪਲੇਨਾਂ ਨਾਲ ਸਟਾਫ ਨਹੀਂ ਸੀ ਪਹੁੰਚ ਸਕਦਾ, ਸਾਨੂੰ ਹੈਲੀਕਾਪਟਰਾਂ ਦੀ ਜ਼ਰੂਰਤ ਸੀਗੀ। ਰਾਈਟ। ਹੁਣ ਏਅਰਕ੍ਰਾਫਟ ਤਾਂ ਹੈਗੇ ਸੀ, ਮੇਰੇ ਕੋਲ ਵੀ ਹੈਗੇ ਆ, ਪਰ ਹੈਲੀਕਾਪਟਰ ਦੀ ਉਦੋਂ ਜ਼ਰੂਰਤ ਸੀ ਸਾਨੂੰ। ਰਾਈਟ। ਫਿਰ ਅਸੀਂ ਲੱਭਣੇ ਸ਼ੁਰੂ ਕੀਤੇ ਹੈਲੀਕਾਪਟਰ। ਉਹ ਵੀ ਪੂਰੇ ਸਾਰੇ ਸਰਕਟ ਦੇ ਵਿੱਚ ਹੈ ਨਹੀਂ ਸੀਗੇ, ਆਲਰੇਡੀ ਬਿਜ਼ੀ ਸੀਗੇ ਸਾਰੇ। ਓਕੇ। ਇਹਦੇ ਕੋਲ ਇੱਕ ਹੈਗਾ ਸੀਗਾ ਹੈਲੀਕਾਪਟਰ। ਅਤੇ ਫਿਰ ਅਸੀਂ ਪਰ ਹੋਰ ਲੱਭੇ, ਮੇਰੇ ਹੋਰ ਜਿਹੜੇ ਲਿੰਕ ਸੀ ਮੈਂ ਉਹਨਾਂ ਨੂੰ ਕਾਲਾਂ ਕਰਕੇ ਮੈਂ ਕਿਹਾ ਲੱਭੋ ਕਿਤੋਂ। ਸਾਨੂੰ ਇੱਕ ਫਿਰ ਸਕੋਮਿਸ਼ ਤੋਂ ਵੀ ਮਿਲਿਆ। ਅੱਛਾ। ਉਹ ਫਿਰ ਅਸੀਂ ਨੈਕਸਟ ਡੇ ਮਾਰਨਿੰਗ ਹੀ ਸਾਰਾ ਫਿਰ ਇਹਨਾਂ ਨੇ ਰਾਏ ਗਰੁੱਪ ਨੇ ਅਤੇ ਹੋਰ ਸਾਰਿਆਂ ਨੇ ਇਹਨਾਂ ਦੇ ਕੰਟੈਕਟ ਸੀ ਉੱਧਰ ਗੁਰਦੁਆਰਾ ਦੁੱਖ ਨਿਵਾਰਨ ਨਾਲੋਂ, ਉੱਥੇ ਬਹੁਤ ਸਟਾਫ ਇਕੱਠਾ ਹੋਇਆ ਸੀਗਾ, ਗਰੋਸਰੀ ਵਗੈਰਾ ਅਤੇ ਹੋਰ ਜਿਹੜਾ ਪਹੁੰਚਾਉਣਾ ਸੀਗਾ ਜੀ। ਪਰ ਗਾਂ ਜਾਣ ਦਾ ਸੋਰਸ ਨਹੀਂ ਸੀ ਲੱਭ ਰਿਹਾ। ਫਿਰ ਅਸੀਂ ਪਹਿਲਾ ਏਅਰਕ੍ਰਾਫਟ ਪਿਟ ਮਿਡੋ ਤੋਂ ਉੱਥੋਂ ਤੋਰਿਆ। ਓਕੇ। ਇਹਦਾ ਪਰ ਰਾਤ ਨੂੰ ਮੈਨੂੰ ਫਿਰ ਆ ਗਿਆ ਫੋਨ ਸ਼ਾਮ ਦਾ ਵੀ ਟੋਨੀ ਵੀ ਲੈ ਆਓ ਸਟਾਫ ਸਵੇਰੇ ਨਾ। ਫਿਰ ਇੱਥੇ ਸਵੇਰੇ ਅਸੀਂ ਸਟਾਫ ਇੱਥੇ ਸਟਾਕ ਕਰਨਾ ਸ਼ੁਰੂ ਕਰ ਦਿੱਤਾ। ਅਤੇ ਉਹ ਹੌਲੀ ਹੌਲੀ ਫਿਰ ਜਿਵੇਂ ਸ਼ੁਰੂਆਤ ਸੀ, ਪਰ ਮੈਨੂੰ ਹੋਰ ਬਾਰੇ ਪਤਾ ਨਹੀਂ। ਮੈਨੂੰ ਬਾਅਦ 'ਚ ਪਤਾ ਲੱਗਾ ਵੀ ਸਾਰੀ ਕਮਿਊਨਿਟੀ ਆਪਣੀ ਤਾਂ ਉੱਠੀ ਹੋਈ ਸੀ, ਸਾਰੇ ਗੁਰਦੁਆਰੇ ਜੀ ਅਤੇ ਬਿਜ਼ਨਸਮੈਨ ਜਿਹੜੇ ਸੀਗੇ ਜਿਨ੍ਹਾਂ ਦੇ ਆਪਦੇ ਬਿਜ਼ਨਸ ਸਾਰੇ ਇਕੱਠਾ ਕਰੀ ਜਾਂਦੇ ਸੀ ਆਪ ਦੇ ਤੌਰ 'ਤੇ, ਹੈ ਨਾ ਜੀ। ਅਤੇ ਸਭ ਨੇ ਬੜਾ ਐਫਰਟਸ ਕੀਤਾ ਬਾਅਦ ਦੇ ਵਿੱਚ। ਜਿਵੇਂ ਇਹ ਮੈਂ ਤਾਂ ਆਪਦਾ ਇੱਕ ਲਿੰਕ ਦੱਸ ਰਿਹਾ, ਇੱਦਾਂ ਦੇ ਹੋਰ ਵੀ ਬਹੁਤ community ਨੇ ਸਾਰੇ ਬਹੁਤ ਲਿੰਕ ਸੀਗੇ। Sean, tell us how is it daily, how the operations are going on, and what kind of work is being done by West Coast Pilot Club? Well, it goes day to day depending on the weather, but we're trying to run as much ops as we can to, we got people that need us in Spencer's Bridge, Merritt, Linton. Merritt's actually not too bad. It's the Aboriginal communities in there. Princeton. And then Boston Bar is really screaming for water. Their water supply went out, so we're trying to get a bunch of helicopters into Boston Bar. Right. We've had a few issues with our helicopters yesterday and today, so we're looking at outsourcing out to a couple more helicopters just so we can supply Boston Bar, because there's a big rainstorm coming in and we don't want to we're going to be grounded for about 4 days, so we want to make sure that everybody's at least stocked up for at least 4 days, 5 days. What kind of support are you getting? While over here I'm seeing lots of volunteers from all communities coming together, volunteering and working. So how many flights have you undertaken so far? And again, as from tomorrow the weather is going to be bad again. It will be, yeah. So it's going to be a long-term haul. Yeah. So what all planning are you doing? So we've so far, how many flights we've done? We've probably done over 300 flights. Wow. We've done over 80,000 pounds of food and supplies. Right. And the volunteers, like the Sikh community, like how you guys come together is absolutely, I'm honored to be part of that. Like, it's just the way that your whole group works and how everybody works. It's just, I love it. I absolutely love the support that you guys have. But this would not have been possible without your support, because the way you have coordinated. We all work together. Absolutely. The whole
all of Canadians have come together They in have. this time of distress, Yeah. and it's really Yeah. commendable. It is. And my volunteers and the pilots to donate their planes and time to be able to fly the supplies out Right. has been amazing. Like we, as a pilot, this is what we love. We live for. We live for these type of missions and Right. this type of stuff. So everybody is just so excited to be able to be part of this. And to be, like I said, the community that is just huge. Like it just everybody came together to make a common goal. And you are ready for the next haul also. We after are. this We've got tons of food. We have Right. a bunch of pilots lined up. We have pretty close to 40 pilots now on our list that to be able to call. Okay. And we have 4 helicopters. I've got 2, and then we have another 2. Right. And unfortunately, every single one's in maintenance right now. Okay. Plane has been loaded with the stuff that is required in Princeton. That's right. So now, what are your plans? How are we going to reach there? Have you checked everything? What is happening? Yeah, we checked the weather. We're going to take off here out of Langley. We're going to head at 9,500 feet. Okay. We're going to descend over through Princeton. Weather's good there. We should be there in about 40 minutes. Okay. And we drop the food and come back here. That's right. Wonderful. Let's go there. Awesome. So So now we are heading to Princeton and see you shortly in Princeton. ਸੋ ਅੱਜ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਜਿਹੜੇ ਹੜ੍ਹ ਪੀੜਤ ਇਲਾਕੇ ਨੇ ਉੱਥੇ ਰਾਹਤ ਪਹੁੰਚਾਈ ਜਾ ਰਹੀ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਝ ਲੋਕਾਂ ਦੇ ਸਹਿਯੋਗ ਨਾਲ ਹੋ ਰਿਹਾ ਹੈ। ਪਤਾ ਨਹੀਂ ਸਰਕਾਰ ਕਿੱਥੇ ਸੁੱਤੀ ਪਈ ਹੈ, ਲੇਕਿਨ ਸ਼ਾਬਾਸ਼ ਹੈ ਲੈਂਗਲੀ ਦੇ ਇਸ ਸਾਰੇ ਹੀ ਜਿਹੜੇ ਪਾਇਲਟਸ ਹੈਗੇ ਨੇ ਤੇ ਨਾਲ ਪ੍ਰਿਤਪਾਲ ਸਿੰਘ ਸਿੱਖੋ ਜਿਹੜੇ ਕਿ ਸਾਡੇ ਨਾਲ ਕੋਆਰਡੀਨੇਟ ਕਰ ਰਹੇ ਨੇ ਤੇ ਇਹ ਸਭ ਕੁਝ ਦੇਖਦੇ ਨੇ। ਸੋ ਇਹ ਰੋਜ਼ ਇਸ ਤਰ੍ਹਾਂ ਹੀ ਹੁੰਦਾ ਹੈ। ਸੋ ਆਓ ਜਾਣਕਾਰੀ ਲੈਂਦੇ ਇਹਨਾਂ ਕੋਲੋਂ ਹੋਰ ਕਿ ਹੁਣ ਜਾ ਕੇ ਕੀ ਹੋਏਗਾ ਤੇ ਇਹ ਹੁਣ ਜੋ ਅੱਜ ਸਮਾਨ ਗਿਆ ਹੈ ਉਸ ਤੋਂ ਬਾਅਦ ਕਿਸ ਤਰ੍ਹਾਂ ਰਾਬਤਾ ਬਣਾਇਆ ਜਾਂਦਾ ਤੇ ਅੱਗੇ ਫਰਦਰ ਕੀ ਹੁੰਦਾ ਹੈ। ਸੋ ਪ੍ਰਿਤਪਾਲ ਜੀ ਹੁਣ ਫਰਦਰ ਜਿਸ ਤਰ੍ਹਾਂ ਹੁਣ ਖਤਮ ਹੋ ਗਿਆ, ਹੁਣ ਹੋਰ ਸੌਰਟੀ ਨਹੀਂ ਹੋਏਗੀ, ਪਰ ਹੁਣ ਤੁਸੀਂ ਘਰ ਜਾ ਕੇ ਫਿਰ ਕਿਸ ਤਰ੍ਹਾਂ ਪਲਾਨ ਕਰੋਗੇ ਕੱਲ ਦੇ ਦਿਨ ਵਾਸਤੇ? ਦੇਖੋ, ਪਹਿਲਾਂ ਤਾਂ ਦੇਖੋ ਤੁਸੀਂ ਦੇਖਿਆ ਕਿ ਜਿਹੜਾ ਸਾਰਾ ਸਮਾਨ ਅਸੀਂ ਕਿਵੇਂ ਵੇਅਰ ਹਾਊਸ ਦੇ ਵਿੱਚ ਐਡਜਸਟ ਕੀਤਾ ਔਰ ਉਹਨਾਂ ਨੂੰ ਪ੍ਰੋਪਰਲੀ ਸੇਫ ਪ੍ਰੋਟੈਕਟਡ ਕੀਤਾ ਜੀ। ਤੇ ਦੂਜੀ ਤੁਸੀਂ ਸਾਡੀ ਇੱਕ ਫਲਾਈਟ ਦੇ ਨਾਲ ਵੀ ਗਏ ਹੋ ਪ੍ਰਿੰਸਟਨ ਦੇ ਅੰਦਰ, ਤੁਸੀਂ ਉੱਥੇ ਵੀ ਦੇਖਿਆ ਗਰਾਊਂਡ ਆਪਰੇਸ਼ਨ ਕਿਵੇਂ ਹੋ ਰਹੇ ਨੇ ਔਰ ਕਿਵੇਂ ਸਾਰਾ ਕੁਝ ਮੈਂ ਕਿਉਂਕਿ ਸਾਰੇ ਫੂਡ ਬੈਂਕ ਅਸੀਂ ਤਕਰੀਬਨ ਸਪਲਾਈ ਕਰ ਰਹੇ ਹਾਂ ਜਿੰਨੇ ਵੀ ਫਲੱਡ ਇਫੈਕਟਿਵ ਹੈਗੇ ਨੇ ਸਾਰੇ ਕੋਆਰਡੀਨੇਟ ਕਰਦੇ। ਹੁਣ ਮੇਰੇ ਕੋਲ ਰਿਕੁਐਸਟ ਆ ਜਣੀ ਫੂਡ ਬੈਂਕ ਦੀਆਂ ਕਿਉਂਕਿ 4 ਵਜੇ ਜਿਵੇਂ ਫੂਡ ਬੈਂਕ ਬੰਦ ਹੁੰਦੇ ਨੇ ਤੇ ਉਹ ਲਿਸਟਾਂ ਪ੍ਰਿਪੇਅਰ ਕਰਦੇ ਸਾਨੂੰ ਕੀ ਚਾਹੀਦਾ ਹੈਗਾ। ਉਸ ਤੋਂ ਬਾਅਦ ਅਸੀਂ ਟੀਮ ਬੈਠ ਕੇ ਰਾਤ ਦੇ 9-10 ਵਜੇ ਤੱਕ ਲਿਸਟਾਂ ਫਾਈਨਲ ਕਰਦੇ ਹਾਂ। ਫਾਈਨਲ ਕਰਕੇ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਕੀ ਅਵੇਲੇਬਲ ਹੈਗਾ, ਕੀ ਰਿਕੁਆਇਰਡ ਸਾਨੂੰ ਕੱਲ੍ਹ ਦੇ ਲਈ ਚਾਹੀਦਾ ਜਦੋਂ ਅਸੀਂ ਫਲਾਈ ਕਰਨਾ, ਸਾਡੀ ਜਿਹੜੀ ਆਪਰੇਸ਼ਨ ਸਟਾਰਟ ਹੋਣੇ ਹੈਗੇ ਨੇ। ਤਾਂ ਉਹ ਸਾਰੀਆਂ ਅਸੀਂ ਕੋਆਰਡੀਨੇਸ਼ਨ ਕਰਕੇ ਤੇ ਫਿਰ ਮੈਂ ਜਿੱਥੋਂ ਸਪਲਾਈਜ਼ ਆਉਂਦੀਆਂ ਨੇ ਉਹਨਾਂ ਦੇ ਨਾਲ ਸਾਰੀਆਂ ਬੇਨਤੀ ਕਰਕੇ ਜਿੱਥੇ ਵੀ ਕੋਈ ਡੋਨੇਸ਼ਨ ਡਰਾਈਵ ਚੱਲ ਰਹੀ ਹੈ, ਇਸੇ ਕਰਕੇ ਮੈਂ ਕਿਹਾ ਹੋਇਆ ਕਿ ਜਿਹੜੀ ਗੁਰਦੁਆਰਾ ਸੰਸਥਾਵਾਂ ਨੇ, ਗੁਰਦੁਆਰਾ ਸਾਹਿਬ, ਟੈਂਪਲ, ਚਰਚ, ਸਪਲਾਈ ਨੂੰ ਹੋਲਡ ਕਰਕੇ ਰੱਖੋ ਔਰ ਆਰਗੇਨਾਈਜ਼ ਕਰਕੇ ਰੱਖੋ ਵੀ ਜਦੋਂ ਵੀ ਲੋੜ ਪਵੇ 30 ਤੋਂ 40 ਮਿੰਟ ਦੇ ਵਿੱਚ ਸਾਡੇ ਤੱਕ ਰੀਚ ਹੋਵੇ। ਤੇ ਸਾਡੇ ਕੋਲ ਅਜੇ ਵੀ ਇਨਫ ਸਪਲਾਈ ਹੈਗੀ ਹੈ ਕਿਉਂਕਿ ਅਗਲੇ 3 ਦਿਨ ਵੈਦਰ ਦੇਖੋ ਸਾਨੂੰ ਅਲਾਉ ਕਰਦਾ ਕਿ ਨਹੀਂ ਕਰਦਾ। ਜਿਹੜੇ 2 ਐਟਮੋਸਫੇਰਿਕ ਰਿਵਰ ਆ ਰਹੇ ਨੇ ਵੀਕਐਂਡ ਤੇ ਉਹਨਾਂ ਦਾ ਅਜੇ ਸਾਨੂੰ ਕੁਝ ਨਹੀਂ ਪਤਾ ਹੈਗਾ। ਇਸੇ ਕਰਕੇ ਅਸੀਂ ਪੂਰਾ ਜ਼ੋਰ ਲਾ ਕੇ ਅੱਜ ਜਿੰਨੀ ਵੀ ਸਪਲਾਈ ਜਿੱਥੇ ਵੀ ਪਹੁੰਚਾ ਸਕਦੇ ਹਾਂ, ਜਿਵੇਂ ਬੋਸਟਨ ਬਾਰ ਪਹੁੰਚਾਈ ਹੈ, ਪ੍ਰਿੰਸਟਨ ਪਹੁੰਚਾਈ ਹੈ। ਅਸੀਂ ਸਵੇਰੇ 6 ਵਜੇ ਆਪਣਾ ਆਪਰੇਸ਼ਨ ਸਟਾਰਟ ਕਰਤਾ ਸੀਗਾ ਮੈਰਿਟ ਦੇ ਲਈ। ਮੈਰਿਟ ਦੇ ਵਿੱਚ ਇਸ ਵੇਲੇ ਫੂਡ ਬੈਂਕ 'ਚ ਇਨਫ ਹੈ, ਜਿੰਨੀਆਂ ਵੀ ਕਮਿਊਨਿਟੀ ਹੈਗੀਆਂ, ਚਾਹੇ ਸਮੌਲ ਹੈ, ਚਾਹੇ ਵੱਡੀ ਹੈ, ਚਾਹੇ ਨੇਟਿਵ ਹੈ, ਚਾਹੇ ਰਿਜ਼ਰਵ ਨੇ, ਸਭ ਜਗ੍ਹਾ ਦੇ ਉੱਤੇ ਫੂਡ ਸਫੀਸ਼ੀਐਂਟ ਹੈ, ਗੁੱਡ ਫॉर ਵੀਕ। ਬਟ ਸਾਨੂੰ ਹੁਣ ਇਸ ਵੇਲੇ ਸਿਰਫ ਲੋੜ ਹੈਗੀ ਹੈ ਆਪਣੀਆਂ ਓਵਰ ਦੀ ਸ਼ੈਲਫ ਜਿਹੜੀਆਂ ਮੈਡੀਸਨਸ ਹੈਗੀਆਂ ਨੇ, ਮੈਡੀਕਲ ਸਪਲਾਈਜ਼ ਨੇ ਤੇ ਕਲੀਨਿੰਗ ਪ੍ਰੋਡਕਟ ਜਿਹੜੇ ਕਿ ਇਸ ਵੇਲੇ ਲੋਕ ਘਰਾਂ ਨੂੰ ਵਾਪਸ ਆ ਰਹੇ ਜਿਨ੍ਹਾਂ ਦੇ ਘਰ ਪਾਣੀ ਡੁੱਬ ਗਏ ਸੀਗੇ, ਉਹਨਾਂ ਨੂੰ ਸ਼ਵਲ ਚਾਹੀਦੀ ਹੈਗੀ ਹੈ, ਮੌਪ ਚਾਹੀਦਾ ਹੈਗਾ। ਉਸ ਤੋਂ ਬਾਅਦ ਉਹਨਾਂ ਨੂੰ ਆਪਣੇ ਕਾਰਪੇਟ, ਸ਼ੈਂਪੂ ਵਗੈਰਾ ਇਹੋ ਜਿਹੀ ਚੀਜ਼ਾਂ ਚਾਹੀਦੀਆਂ ਨੇ। ਤੇ ਪੈਟ ਫੂਡ ਆਲਮੋਸਟ ਹੁਣ ਸਾਡੇ ਕੋਲ ਇਨਫ ਹੋ ਚੁੱਕਿਆ ਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਕਿ ਪੈਟ ਫੂਡ ਨਹੀਂ ਚਾਹੀਦਾ ਹੈਗਾ ਸਾਨੂੰ। ਤੇ ਜਿਹੜੀ ਸਪਲਾਈ ਅਸੀਂ ਹੁਣ ਮੈਂ ਕਹਿਣਾ ਚਾਹੁੰਦਾ ਕਿ ਗੁਰਦੁਆਰੇ ਸਾਹਿਬ
ਮੰਦਰਾਂ 'ਚ ਮਸਜਿਦਾਂ 'ਚ ਹੋਲਡ ਕਰਕੇ ਰੱਖੋ। ਓਕੇ ਸੋ ਜਦੋਂ ਲੋੜ ਪਏਗੀ ਜਦੋਂ ਲੋੜ ਪਏਗੀ ਅਸੀਂ ਦੱਸੋਗੇ ਤੇ ਹਾਂਜੀ ਅੱਗੇ ਭੇਜੋ। ਤੇ ਅਸੀਂ ਗਵਰਨਮੈਂਟ ਤੇ ਵੀ ਹੁਣ ਦਬਾਅ ਬਣਾ ਰਹੇ ਹਾਂ ਕਿ ਉਹ ਇਸ ਇਨੀਸ਼ੀਏਟਿਵ ਨੂੰ ਖੁਦ ਵੀ ਨਾਲ ਲਵੇ। Absolutely. ਹਾਂਜੀ, ਇਹ ਸਾਡਾ ਕੰਮ ਨਹੀਂ ਸੀਗਾ, ਪਰ ਅਸੀਂ ਧੰਨਵਾਦ ਕਰਦੇ ਹਾਂ Right. ਕਿ ਵੋਲੰਟੀਅਰਸ ਨੇ ਦਿਨ ਰਾਤ ਇੱਕ ਖਾਸ ਕਰਕੇ ਵੈਸਟ ਕੋਸਟ ਪਾਇਲਟ ਕਲੱਬ ਦਾ ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ ਇਹ ਸਾਰਾ ਕੁਝ ਕਰਨ ਲਈ। Thank ਇਹ you ਜੀ। ਸਪੈਸ਼ਲ ਬ੍ਰੌਡਕਾਸਟ ਜੋ ਅੱਜ ਅਸੀਂ ਕੀਤੀ ਹੈਗੀ ਹੈ ਉਸ ਵਿੱਚ ਸ਼ਾਮਲ ਹੋਣ ਲਈ ਸਭ ਦਾ ਧੰਨਵਾਦ। ਆਸ ਕਰਦੇ ਹਾਂ ਕਿ ਇਹ ਦੇਖ ਕੇ ਜੇਕਰ ਤੁਸੀਂ ਅਜੇ ਤੱਕ ਡੋਨੇਟ ਨਹੀਂ ਕੀਤਾ ਤਾਂ ਰੈੱਡ FM ਦੇ ਉੱਤੇ ਅਜੇ ਵੀ ਡੋਨੇਸ਼ਨਸ ਅਸੈਪਟ ਕੀਤੀਆਂ ਜਾ ਰਹੀਆਂ ਨੇ। ਆਓ ਸਾਰੇ ਰਲ ਮਿਲ ਕੇ ਆਪਣਾ ਯੋਗਦਾਨ ਪਾਈਏ ਤੇ ਜਿਹੜੇ ਪੀੜਤ ਲੋਕਾਂ ਨੇ ਉਹਨਾਂ ਤੱਕ ਸਹਾਇਤਾ ਪਹੁੰਚਾਈਏ। ਧੰਨਵਾਦ।